Hey guys, welcome back to my channel #BeAwesome. I hope you all are doing great in your life. तो आपको जैसे पता है कि हम लोग एक सीरीज स्टार्ट कर चुके हैं अपने YouTube के ऊपर जिसका नाम है लाइफ आफ्टर कोविड-19. सो आज उसी का एक और एपिसोड शूट करने के लिए हम लोग आए हैं गुरु नानक स्वीट्स सेक्टर 37C में, क्योंकि ये 25-30 साल से बहुत ही फेमस स्वीट शॉप है और कोविड का इनके ऊपर कितना इम्पैक्ट पड़ा है ये हम लोग आज पता करने वाले हैं. एंड दिस इज़ ऑल्सो वन ऑफ माई फेवरेट स्वीट शॉप्स. और साथ ही बात ये है कि राखी आने वाली है. सो दिस इज़ अ स्पेशल वीडियो फॉर राखी कि अभी भी क्या उतना ही जोश है लोगों में राखी को लेकर कि अभी बहुत ही ज़्यादा लोग डर गए हैं और उस तरीके से वो चीज़ सेलिब्रेट नहीं कर पा रहे हैं. तो यही सब चीज़ें हम लोग आज पता करेंगे गुरु नानक स्वीट्स में जाके. सो लेट्स गो. सो दे हैव सैनिटाइजर अवेलेबल. तो सैनिटाइज करने के बाद हम लोग अंदर जाएंगे. प्लीज़ वेयर योर फेस मास्क, यूज हैंड सैनिटाइजर, सब कुछ लिखा हुआ है. सारे वर्कर्स ने फुल कैप मास्क सब डाले हुए हैं. तो आप लोगों को पता है कि राखी आने वाली है और राखी जो होती है वो एक बहुत ही फेमस हमारा इंडिया का फेस्टिवल है. और इस टाइम पे मतलब मार्केट्स में इतना शोर शराबा होता था कि हर एक दुकान के ऊपर इतनी भीड़ होती थी. कोई राखी खरीद रहा है, कोई गिफ्ट्स खरीद रहा है, कोई भाई के लिए, कोई बहनों के लिए. मगर ये कोरोना की वजह से मार्केट्स बिल्कुल साइलेंट है. और यहाँ पे एक बहुत ही फेमस स्वीट शॉप थी जहाँ पे मैं मतलब इतने सालों से आके स्वीट्स ले रही हूँ बिकॉज इट्स इन माय सेक्टर ओनली. सो जी हाँ, मैं बात कर रही हूँ गुरु नानक स्वीट्स की. सो मेरे साथ है गुरु नानक स्वीट्स के ओनर. सर आपका नाम? कुलदीप सिंह है जी. सर ਤੁਹਾਡਾ नाम? ठीक है. मेरी पंजाबी और हिंदी थोड़ी मिक्स होती रहेगी. सो जस्ट बेयर विद मी. सर ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ? ਸਾਡੇ 25-30 ਸਾਲ ਹੋ ਗਏ ਜੀ. 35 ਜੀ ਸਾਨੂੰ ਤਾਂ 25-30 ਸਾਲ ਹੋ ਗਏ ਤੁਹਾਨੂੰ ਇਹ ਚਲਾਉਂਦੇ ਹੋਏ. ਹਾਂਜੀ ਹਾਂਜੀ. ਤੇ ਮਤਲਬ ਸਟਾਰਟ ਕਿੰਨੇ ਕੀਤਾ ਸੀ? ਤੁਸੀਂ ਕੀਤਾ ਸੀ? ਮੈਂ ਤੇ ਮੇਰਾ ਵੱਡਾ ਬ੍ਰਦਰ ਸੀ ਇਹ. ਅੱਛਾ. ਇਹ ਦੋਨਾਂ ਨੇ ਸਟਾਰਟ 44 ਚ ਕੀਤਾ ਸੀ. ਤੇ ਹੌਲੀ ਹੌਲੀ ਅੱਗੇ ਬ੍ਰਾਂਚਾਂ ਖੋਲੀਆਂ ਜੀ. 7-8 ਬ੍ਰਾਂਚਾਂ ਹੁਣ ਚੱਲ ਰਹੀਆਂ ਸਾਡੀਆਂ. ਹੋਰ ਸੈਕਟਰਾਂ 'ਚ ਵੀ ਹੈਗੇ? ਹਾਂਜੀ, ਚੰਡੀਗੜ੍ਹ ਮੋਹਾਲੀ ਚੱਲ ਰਹੀਆਂ. 3-4 ਚੰਡੀਗੜ੍ਹ, 3-4 ਮੋਹਾਲੀ. ਓਕੇ. ਤੇ ਸਰ ਅਸੀਂ ਮਤਲਬ ਪਹਿਲੇ ਤਾਂ ਵੇਖਿਆ ਮੈਂ, ਕਿਉਂਕਿ ਮੇਰਾ ਵੀ ਇਹੀ ਸੈਕਟਰ ਹੈ, ਕਿ ਮਤਲਬ ਇੱਥੇ ਇੰਨਾ ਜ਼ਿਆਦਾ ਰਸ਼ ਹੁੰਦਾ ਸੀ. ਮਤਲਬ ਜਗ੍ਹਾ ਨਹੀਂ ਮਿਲਦੀ ਸੀ ਸਾਨੂੰ ਆਉਣ ਦੀ ਔਰ ਲਾਈਨ 'ਚ ਲੱਗਣਾ ਪੈਂਦਾ ਸੀ. ਲੇਕਿਨ ਹੁਣੀ ਜਦ ਮੈਂ ਐਂਟਰੀ ਕੀਤੀ ਤੇ ਮਤਲਬ ਮੈਨੂੰ ਕੋਈ ਵੀ ਨਹੀਂ ਦਿਖਿਆ. ਬਿਲਕੁਲ ਸੁਨਸਾਨ ਹੈ ਜੀ. ਕੋਈ ਕਸਟਮਰ ਨਹੀਂ ਆ ਰਿਹਾ, ਕੋਈ ਬਾਜ਼ਾਰ 'ਚ ਨਹੀਂ ਆ ਰਿਹਾ ਜੀ. ਤੇ ਕੰਮ ਬਿਲਕੁਲ ਠੱਪ ਹੈ ਨੇ. ਤੇ ਜਦ ਕਿ ਤੁਸੀਂ ਪੂਰੀ ਪ੍ਰੀਕਾਸ਼ਨਸ ਲੈ ਰਹੇ ਹੋ, ਸਾਰਾ ਸੈਨੀਟਾਈਜੇਸ਼ਨ ਪ੍ਰੋਪਰ ਹੈ, ਫੁੱਲ ਪ੍ਰੀਕਾਸ਼ਨਸ ਹੈ, ਲੇਕਿਨ ਫਿਰ ਵੀ ਹਲੇ ਕਸਟਮਰਸ ਨਹੀਂ ਆ ਰਹੇ. ਤੇ ਬਹੁਤ ਡਰਿਆ ਹੋਇਆ ਜੀ. ਕੀ ਇੰਪੈਕਟ ਪਿਆ ਸਰ ਤੁਹਾਡੇ ਬਿਜ਼ਨਸ ਨੂੰ ਕੋਵਿਡ ਦੇ ਕਾਰਨ? ਬਿਜ਼ਨਸ ਤਾਂ ਸਾਡਾ 25% ਵੀ ਨਹੀਂ ਰਿਹਾ ਜੀ. ਬਹੁਤ ਜ਼ਿਆਦਾ ਫਰਕ ਹੈ ਜੀ. ਅੱਗੇ ਆਉਣ ਵਾਲੇ ਤਿਉਹਾਰ ਵੀ ਸਾਨੂੰ ਨਹੀਂ ਉਮੀਦ ਵੀ ਸਾਡੇ ਲੱਗਣੇ. ਕੋਈ ਉਮੀਦ ਨਹੀਂ ਹੈਗੀ. ਤੇ ਤੁਹਾਨੂੰ ਲੱਗਦਾ ਹੈ ਕਿ ਮਤਲਬ ਸਿਚੁਏਸ਼ਨ ਨਾਰਮਲ ਹੋਣ 'ਚ ਹਲੇ ਬਹੁਤ ਟਾਈਮ ਲੱਗੇਗਾ? ਮੈਨੂੰ ਤਾਂ ਲੱਗਦਾ ਆਹ ਸਾਲ ਤੋਂ ਸਾਡਾ ਗਿਆ ਜੀ. ਅਗਲੇ 7-8 ਮਹੀਨੇ ਵੀ ਸਾਡੇ ਇੱਦਾਂ ਹੀ ਜਾਣਗੇ ਜੀ. ਤੇ ਸਰ ਇੱਕ ਓਨਰ ਦੇ ਨਾਲ ਨਾ ਕਾਫੀ ਸਾਰੇ ਵਰਕਰਸ ਔਰ ਵੀ ਰਿਲੇਟਡ ਹੁੰਦੇ ਨੇ. ਤੇ ਤੁਹਾਡੇ ਵਰਕਰਸ ਵੀ ਅਫੈਕਟ ਹੋਏ ਹੋਣੇ, ਜੌਬਸ ਵਗੈਰਾ ਜਾਂ ਕੁਝ, ਕਈ ਆਪਣੇ ਘਰ ਚਲੇ ਗਏ ਹੋਣੇ. ਜੌਬ ਤਾਂ ਹੁਣ ਘਰ ਚਲੇ ਗਏ ਜੀ. ਕੰਮ ਕਰ ਰਿਹਾ ਕੋਈ ਨਹੀਂ. ਉਹ ਵਿਚਾਰੇ 2 ਮਹੀਨੇ ਬਹਿ ਕੇ ਰੋਟੀਆਂ ਖਾ ਕੇ ਇੱਥੇ ਆਪਣੇ ਆਪਣੇ ਘਰ ਚਲੇ ਗਏ ਜੀ. ਅਸੀਂ ਤਾਂ ਉਹ ਰੱਖੀਏ ਜੇ ਸਾਡੇ ਕੋਲ ਕੰਮ ਹੋਏ. ਕੰਮ ਹੈ ਕੋਈ ਨਹੀਂ. ਬੇਰੁਜ਼ਗਾਰੀ ਹੋ ਗਈ. ਸਾਰੇ ਜਿਹੜੇ ਨੌਕਰ ਸੀ 2-3 ਨੌਕਰ ਰੱਖੇ ਹੋਏ ਨੇ, ਬਸ ਉਹ ਨਾਲ ਹੀ ਮਾੜਾ ਮੋਟਾ ਹੀ ਚਲਾ ਰਹੇ ਹਾਂ. ਤੇ ਮਤਲਬ ਕਸਟਮਰਸ ਦਾ ਬਿਲਕੁਲ ਵੀ ਆਵਾਜਾਈ ਹਲੇ ਹੈ ਨਹੀਂ? ਹਾਂਜੀ, ਬਿਲਕੁਲ ਨਹੀਂ ਆ ਰਿਹਾ ਕਸਟਮਰ ਦਾ. ਤੇ ਸਰ ਮਤਲਬ ਤੁਹਾਨੂੰ ਵੈਸੇ ਜਦ ਪਤਾ ਲੱਗਾ ਕਿ ਲੋਕਡਾਊਨ ਲੱਗ ਰਿਹਾ ਹੈ ਤੇ ਉਸ ਤੋਂ ਬਾਅਦ ਮਤਲਬ ਤੁਹਾਡਾ ਕੀ ਰਿਐਕਸ਼ਨ ਸੀ? ਤੁਸੀਂ ਕੀ ਸੋਚਿਆ? ਕਿਉਂਕਿ ਔਨ ਦਾ ਸਪੌਟ ਲੱਗਿਆ ਸੀ 12 ਵਜੇ ਤੱਕ ਹੀ, ਔਰ ਮਤਲਬ ਇਹ ਵੀ ਟਾਈਮ ਨਹੀਂ ਮਿਲਿਆ ਹੋਏਗਾ ਕਿ ਕੁਝ ਪ੍ਰੀਕਾਸ਼ਨ, ਕੁਝ ਠੀਕ ਕਰ ਸਕੀਏ, ਕੁਝ ਸਮਾਨ ਕਿਸੇ ਨੂੰ ਦੇ ਸਕੀਏ. ਦੇਖੋ ਜੀ, ਸਾਨੂੰ ਕਿਸੇ ਨੂੰ ਵੀ ਬਾਜ਼ਾਰ 'ਚ ਕਿਸੇ ਨੂੰ ਵੀ ਇਤਲਾਹ ਨਹੀਂ ਦਿੱਤੀ ਗਈ ਕਿ ਲਾਕਡਾਊਨ ਲੱਗਣਾ ਜਾਂ ਇੰਨਾ ਲਾਕਡਾਊਨ ਲੰਬਾ ਚੱਲਣਾ ਹੈਗਾ, ਕਿ ਤੁਸੀਂ ਆਪਣਾ ਕੰਮ ਸਮੇਟ ਲਓ ਜਾਂ ਅਸੀਂ ਮਾਲ ਨਾ ਮੰਗਾਉਂਦੇ. ਜਿਸ ਤਰ੍ਹਾਂ ਵੀ ਸਾਡਾ ਮਾਲ ਕਾਊਂਟਰ 'ਚ ਪਿਆ ਸੀਗਾ ਸਾਰਾ ਵੇਸਟ ਗਿਆ. ਉਹਦੇ ਪੈਸੇ ਸਾਨੂੰ ਪੇਮੈਂਟ ਭਰਨੀ ਪੈ ਗਈ. ਔਰ ਇਹਦਾ ਰੈਂਟ ਵੀ ਤੁਹਾਨੂੰ ਦੇਣਾ ਪਿਆ? ਰੈਂਟ ਵੀ ਦੇਣਾ ਪਿਆ ਜੀ. ਰੈਂਟ ਵਾਲਾ ਕੋਈ ਵੀ ਰੈਂਟ ਘੱਟ ਕਰਨ ਨੂੰ ਤਿਆਰ ਨਹੀਂ ਹੈਗਾ ਜੀ. ਲਾਕਡਾਊਨ ਦੇ ਟਾਈਮ 'ਚ ਕੋਈ ਉਹਨਾਂ ਨੇ ਉਹ ਵੀ ਨਹੀਂ ਕੀਤਾ ਕਿ ਮਾਫ ਕਰ ਦਿਓ, 3 ਮਹੀਨੇ ਦੁਕਾਨਾਂ ਹੀ ਨਹੀਂ ਖੁੱਲੀਆਂ? ਨਹੀਂ, ਕਿਸੇ ਨੇ ਨਹੀਂ ਕੀਤਾ ਜੀ. ਉਹ ਵੀ ਦੇਣਾ ਪਿਆ? ਉਹ ਵੀ ਦੇਣਾ ਪਿਆ ਜੀ.
ਤੁਸੀਂ ਕੀ ਕਹਿਣਾ ਕਦ ਤੱਕ ਦੇਵਾਂਗੇ ਪੱਲੇ ਤੋਂ ਜੀ? ਹਾਂਜੀ, ਕਦੋਂ ਅਗਰ ਤੱਕ ਦੇ ਸਕਦੇ ਨਹੀਂ ਨਹੀਂ ਦੇ ਪਾਵਾਂਗੇ ਤਾਂ ਫਿਰ ਤਾਂ ਅਸੀਂ ਕਹਾਂਗੇ ਬਿਜ਼ਨਸ ਠੱਪ ਕਰ ਦਿਆਂਗੇ, ਇਹੀ ਹੋ ਸਕਦਾ ਫਿਰ ਤਾਂ। ਤੇ ਤੁਸੀਂ ਸਰ ਕੀ ਕਹਿਣਾ ਚਾਹੋਗੇ? ਮੈਮ ਐਕਚੁਅਲੀ ਗੱਲ ਇਹੀ ਹੈ ਵੀ ਕੰਮ ਤਾਂ ਹੁਣ ਹੈ ਨਹੀਂ ਮਾਰਕੀਟ ਦੇ ਵਿੱਚ, ਠੀਕ ਹੈ ਨਾ ਜੀ, ਕਸਟਮਰ ਆ ਨਹੀਂ ਰਿਹਾ ਤੇ ਸਰਕਾਰ ਵੀ ਕੋਈ ਹੈਲਪ ਨਹੀਂ ਕਰ ਰਹੀ, ਕੁਝ ਗਾਈਡਲਾਈਨਾਂ ਨਾ ਕਰਕੇ ਪ੍ਰੋਪਰ ਖੋਲ੍ਹੇ, ਕਿਉਂਕਿ ਰੈਸਟੋਰੈਂਟ ਨਾਲ ਸਵੀਟ ਸ਼ਾਪ ਖਾਣ ਪੀਣ ਦੀ ਜਗ੍ਹਾ ਦਾ ਜੋ ਟਾਈਮਿੰਗ ਆ ਉਹ 9 ਵਜੇ ਤੋਂ ਬਾਅਦ ਹੀ ਲੋਕ ਨਿਕਲਦੇ ਆਫਿਸ 'ਚ ਆ ਕੇ ਆਪਣੇ ਘਰੋਂ ਰੈਸਟ ਹੋ ਕੇ ਫਿਰ ਆਉਂਦੇ ਨੇ। ਜੇ ਤੁਸੀਂ 9 ਵਜੇ ਸ਼ਾਪ ਬੰਦ ਕਰ ਦੋਗੇ ਦੁਕਾਨਦਾਰ ਨੂੰ ਬਹੁਤ ਲੋਸ ਹੋਵੇਗਾ। ਇਹ ਤਾਂ ਹੈ। ਤੇ ਸਰ ਕੀ ਪ੍ਰੀਕਾਸ਼ਨਸ ਲੈ ਰਹੇ ਹੋ ਤੁਸੀਂ, ਮਤਲਬ ਜਨਤਾ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਹੁਣ ਤੁਹਾਨੂੰ ਦੇਖ ਰਹੇ ਨੇ ਕਿ ਉਹ ਆ ਸਕਦੇ ਨੇ ਤੇ ਸਵੀਟਸ ਦੇ ਉੱਪਰ ਜਿਸ ਤਰੀਕੇ ਨਾਲ ਮਤਲਬ ਕੁਆਲਿਟੀ ਉਹੀ ਮੇਨਟੇਨ ਕੀਤੀ ਹੋਈ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਸ਼ੁਰੂ ਤੋਂ ਹੀ ਮੇਨਟੇਨ ਕਰਕੇ ਰੱਖੀ ਹੈ, ਕਦੇ ਵੀ ਉਹ ਪੂਰ ਕੁਆਲਿਟੀ ਨਹੀਂ ਰੱਖੀ ਅਸੀਂ, ਪੂਰਾ ਪ੍ਰੋਪਰ ਬੰਦਿਆਂ ਦੇ ਵੀ ਸੈਨੀਟਾਈਜ਼ਰ ਵਗੈਰਾ ਚੈੱਕ ਕਰਕੇ ਤਾਂ ਹੀ ਲਗਾਏ ਗਏ ਨੇ ਬਣਾਉਣ ਵਾਸਤੇ ਮਠਿਆਈਆਂ ਜੀ, ਕਿ ਪੂਰਾ ਮੇਨਟੇਨ ਰੱਖਿਆ ਹੈ ਚੀਜ਼ਾਂ ਨੂੰ ਅਸੀਂ। ਤੇ ਮਤਲਬ ਕਿ ਫੁੱਲ ਸੇਫਟੀ ਹੈ, ਫੁੱਲ ਪ੍ਰੀਕਾਸ਼ਨਸ ਲਿੱਤੀਆਂ ਗਈਆਂ ਨੇ ਤੇ ਆਰਾਮ ਨਾਲ ਕੋਈ ਵੀ ਆ ਸਕਦਾ ਹੈ। ਹਾਂਜੀ, ਹੁਣ ਜਿੱਦਾਂ ਵੀ ਸਾਡਾ ਦੁੱਧ ਦਾ ਕੰਮ ਸਾਡਾ ਆਪਣਾ ਹੈ ਜੀ, ਆਪੇ ਅਸੀਂ ਖੋਆ ਸਭ ਆਪਣਾ, ਤਾਂ ਬਾਹਰਲੀ ਕੋਈ ਆਈਟਮ ਨਹੀਂ ਲੈਂਦੇ ਹੈਗੇ। ਅੱਜ ਕੱਲ੍ਹ 100 ਮਿਲਾਵਟਾਂ ਕਰਦੇ ਆ ਜੀ ਦੁਨੀਆ ਦੇ, ਅਸੀਂ ਸਾਰਾ ਆਪਣਾ ਹੀ ਪ੍ਰੋਡਕਟ ਤਿਆਰ ਕਰਕੇ ਤੇ ਮਠਿਆਈਆਂ ਤਿਆਰ ਕਰਦੇ ਹੈਗੇ। ਤੇ ਜਨਤਾ ਨੂੰ ਡਰਨ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਹੈ, ਮਤਲਬ ਰਾਖੀ ਨੂੰ ਜਿਸ ਤਰੀਕੇ ਨਾਲ ਪਹਿਲੇ ਸੈਲੀਬ੍ਰੇਟ ਕੀਤਾ ਜਾਂਦਾ ਸੀ ਉਸ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ ਤੇ ਗੁਰੂ ਨਾਨਕ ਸਵੀਟਸ ਦੇ ਉੱਪਰ ਅਸੀਂ ਟਰਸਟ ਕਰ ਸਕਦੇ ਹਾਂ। और मैं बिल्कुल ये दसना चाहूँगी कि ये कोई पेड प्रमोशन नहीं है, मतलब मेरी आँखों देखी शॉप है और बचपन तो मैं इस शॉप से आ रही हूँ, तो दैट्स वाई मैंने सोचा कि आई नीड टू कवर दिस शॉप एंड टेल यू गाइस कि बिल्कुल सेफ़ है, फुल प्रिकॉशंस ले रहे हैं ये, और क्वालिटी और टेस्ट वैसा ही मेंटेन है। सो आप लोग यहाँ पे आ सकते हैं और इस टाइम पे एवरीबडी नीड्स टू हेल्प ईच अदर, क्योंकि इस टाइम के ऊपर सबनों एक दूसरे का साथ देना बहुत ज़रूरी है ताकि मार्केट दोबारा रन कर सके, इकॉनमी दोबारा ग्रो कर सके और अनएम्प्लॉयमेंट जो हमारी कंट्री में जनरेट हुई है वो खत्म हो सके धीरे धीरे करके। ਤੇ ਇੱਕ ਚੀਜ਼ ਇਹਨਾਂ ਨੇ ਮੈਨੂੰ ਹੋਰ ਦੱਸੀ ਹੈ ਕਿ ਇਹਨਾਂ ਦੀ ਸਾਰੀ ਸਵੀਟਸ ਦੇ ਉੱਪਰ ਐਕਸਪਾਇਰੀ ਡੇਟ ਲਿਖ ਦੇਣ। ਸਰ ਇਹਦਾ ਮਤਲਬ ਕੀ ਹੈ? ਮੈਮ ਇਸਦਾ ਮਤਲਬ ਇਹ ਹੈ ਵੀ ਕਸਟਮਰ ਨੂੰ ਕੋਈ ਵੀ ਚੀਜ਼ ਖਰਾਬ ਨਾ ਜਾਵੇ, ਕਸਟਮਰ ਸੈਟੀਸਫਾਈਡ ਰਹੇ। ਜਿਵੇਂ ਕੋਈ ਵੀ ਕਲਾਕੰਦ ਸਾਡੀ ਮਤਲਬ ਖੋਏ ਦੀ ਆਈਟਮ ਆ, ਉਹਦੇ ਅਸੀਂ ਕਲਾਕੰਦ 1 ਦਿਨ ਦੀ ਵੈਲਿਡਿਟੀ ਹੈ, ਠੀਕ ਹੈ ਜੀ, ਉਹਨੂੰ ਇੱਕ ਸੇਮ ਡੇ ਹੀ ਰੱਖਦੇ ਹਾਂ, ਠੀਕ ਹੈ ਜੀ, ਉਸ ਤੋਂ ਬਾਅਦ ਡਿਸਟਰੋਏ ਕਰਕੇ ਕਸਟਮਰ ਨੂੰ ਦੂਸਰੇ ਨੂੰ ਫਰੈਸ਼ ਦੇਈਦੀ ਹੈ, ਠੀਕ ਹੈ ਨਾ ਜੀ। ਫਰੈਸ਼ ਦੇਣ ਤੋਂ ਬਾਅਦ ਮਤਲਬ ਇੱਥੇ ਜਿਵੇਂ ਗੁਲਾਬ ਜਾਮੁਨ 7 ਦਿਨ ਦੀ ਵੈਲਿਡਿਟੀ ਹੈ ਉਹਦੀ, ਉਹਨੂੰ 6 ਦਿਨ ਹੀ ਰੱਖਦੇ ਹਾਂ, 7ਵੇਂ ਦਿਨ ਉਹਨੂੰ ਕਸਟਮਰ ਨੂੰ ਫਰੈਸ਼ ਮਿਲੂਗੀ। ਮਤਲਬ ਮੈਂ ਚਾਹੁੰਦਾ ਵੀ ਕਸਟਮਰ ਨੂੰ ਕੋਈ ਤਰ੍ਹਾਂ ਡਰ ਨਾ ਹੋਵੇ, ਫਰੈਸ਼ ਸਵੀਟ ਲਵੇ ਤੇ ਆਪਣੇ ਪਰਿਵਾਰ ਨੂੰ ਸੇਫ ਰੱਖੇ। ਤੇ ਮਤਲਬ ਸੇਫਟੀ ਦਾ ਫੁੱਲ ਧਿਆਨ ਇੱਥੇ ਹੈਗਾ ਹੈ ਤੇ ਤੁਸੀਂ ਆ ਸਕਦੇ ਹੋ ਇੱਥੇ, ਤੇ ਮਤਲਬ ਡਰਨ ਦੀ ਹੁਣ ਜ਼ਰੂਰਤ ਨਹੀਂ ਹੈ। ਅਗਰ ਤੁਸੀਂ ਫੁੱਲ ਪ੍ਰੀਕਾਸ਼ਨਸ ਲੈ ਰਹੇ ਹੋ ਖੁਦ ਵੀ ਔਰ ਸ਼ੌਪਕੀਪਰ ਵੀ ਲੈ ਰਹੇ ਨੇ, ਤੇ ਤੁਸੀਂ ਆ ਕੇ ਆਪਣੀ ਲਾਈਫ ਨਿਊ ਨਾਰਮਲ ਦੇ ਨਾਲ ਆਪਣੇ ਆਪ ਅੱਗੇ ਮੂਵ ਫਾਰਵਰਡ ਕਰ ਸਕਦੇ ਹੋ। ਸਰ ਅਸੀਂ ਉਮੀਦ ਕਰਦੇ हैं कि मतलब ये सिचुएशन जल्द तो जल्द ठीक होए एंड थैंक यू सो मच सर ਸਾਡੇ ਨਾਲ ਗੱਲ ਕਰਨ ਲਈ। थैंक यू सर, थैंक यू सर। सो जैसे कि मैंने आपको बोला कि गुरु नानक इज़ वन ऑफ माई फेवरेट स्वीट शॉप्स इन ट्राई सिटी, तो यहाँ पे आके मैं छोले भटूरे ना खाऊं तो यार वो तो बात बनती नहीं है, तो मैंने वो ऑर्डर कर दिए हैं और हाई भटूरे इतने टाइम के बाद, मतलब 4 महीने के बाद मैं भटूरे खाने वाली हूँ और अलग ही खुशी आप मेरे चेहरे पे देख सकते हो। एंड आई ऑलरेडी नो दैट दे आर गोइंग टू बी ऑसम एंड अमेजिंग। सो अब मैं आपको टेस्ट करके बताती हूँ कि कैसे हैं। हाँ, और भटूरे खाने के लिए यार मास्क तो उतारना ही पड़ेगा। बहुत अच्छे हैं और 4 महीने के बाद खाया ना, तो मतलब ऐसा लग रहा है मतलब ज़िंदगी में कुछ और ही खुशी से मिल गई है इतने दिन से, जो अलग एक एक बहुत ही सदमे से हम लोग अभी निकल रहे हैं, लेकिन ऐसी चीज़ें जब खाने को आपको मिलती हैं और एक अलग ही तृप्ति मिलती है, ऐसा लगता है जैसे स्वर्ग में आ गए हो। सो लेट मी एंजॉय गाइज एंड टिल आई एम कंप्लीटिंग माई फूड। आप लोग सबसे पहले जाके सब्सक्राइब करो चैनल को, लाइक करो और कमेंट करके मुझे और भी जगह बताओ जहाँ पे हम लोग जा सकते हैं। टिल देन जस्ट स्टे ऑसम एंड एन्जॉय द फूड। अब आप लोग बाहर जा सकते हो बिकॉज हर कोई प्रिकॉशन ले रहा है और सेफ्टी ले रहा है, सो एन्जॉय योर लाइफ इन अ न्यू नॉर्मल वे। हम लोगों ने यहाँ पे आके फुल चेक कर लिया है और मैं आपको फुल गारंटी दे सकती हूँ कि आप लोग यहाँ पे बिना डरे आ सकते हो और अपनी फेवरेट स्वीट्स को ट्राई कर सकते हो। इसीलिए आज हम लोग यहाँ पे लगाने वाले हैं बी ऑसम का स्टैम्प। सो अगर आप इस शॉप पे आते हो तो डू स्कैन इट आउट एंड सब्सक्राइब करो और मुझे इसका स्क्रीनशॉट आप इंस्टाग्राम पे भी भेज सकते हो बिकॉज वी हैव समथिंग स्पेशल फॉर यू गाइज, जो लोग मुझे अपना स्क्रीनशॉट भेजेंगे उनके लिए। सो बी ऑसम का स्टैम्प लग चुका है, इसका मतलब ये जगह बहुत ही ऑसम है और सेफ है और यू गाइज कैन कम एनी टाइम एंड ट्राई आउट द स्वीट्स। And don't forget to send me the screenshots so that we have something amazing gifts for you planned out. So भेजो जल्दी Instagram पे, Instagram का लिंक नीचे दिया हुआ है
थैंक यू।